ਟੀਵੀ ਪੰਜਾਬ ਤੁਸੀਂ ਦੇਖ ਰਹੇ ਹੋ। ਮੈਂ ਆਵੇਸ਼ ਤਵਨ। ਦਿੱਲੀ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਅੱਜ ਲਾਈਵ ਹੋ ਕੇ ਉਹਨਾਂ ਨੇ 1984 ਦੇ ਵਿੱਚ ਹੋਏ ਕਤਲੇਆਮ ਬਾਰੇ ਕੁਝ ਅਹਿਮ ਖੁਲਾਸੇ ਕੀਤੇ। ਇਸ ਦੇ ਨਾਲ ਹੀ ਉਹਨਾਂ ਨੇ ਉਸ ਵੇਲੇ ਭਾਰਤੀ ਖੂਫੀਆ ਏਜੰਸੀਆਂ ਦਾ ਸਿੱਖਾਂ ਨੂੰ ਮਾਰਨ ਦੇ ਵਿੱਚ ਰੋਲ ਦੱਸਿਆ ਤੇ ਨਾਲ ਹੀ ਇਹ ਵੀ ਦੱਸਿਆ ਕਿ ਕਿਵੇਂ ਸਿੱਖ ਫੌਜਾਂ ਤੋਂ ਹਥਿਆਰ ਖੋਹ ਕੇ ਉਹਨਾਂ ਨੂੰ ਨਿਹੱਥਾ ਕਰ ਦਿੱਤਾ ਗਿਆ ਸੀ। ਹੋਰ ਕੀ ਕਿਹਾ ਐਚਐਸ ਫੂਲਕਾ ਹੋਰਾਂ, ਆਓ ਤੁਹਾਨੂੰ ਸੁਣਾਉਂਦੇ ਹਾਂ। ਜਦੋਂ ਮੈਂ ਪਿਛਲੀ ਲਾਸਟ ਜਿਹੜੀ ਵੀਡੀਓ ਪਾਈ ਸੀ ਜਿਹਦੇ 'ਚ 1984 ਦੇ ਕਤਲੇਆਮ ਦੇ ਕੇਸਾਂ ਬਾਰੇ ਤੇ 1985 'ਚ ਜਦੋਂ ਮਿਸ਼ਰਾ ਕਮਿਸ਼ਨ ਦੀਆਂ ਪ੍ਰੋਸੀਡਿੰਗ ਚੱਲ ਰਹੀਆਂ ਸੀ, ਉਹਦੇ 'ਚ ਕਿਵੇਂ ਯੰਗ ਕਾਲਜ ਦੇ ਲੜਕੇ ਲੜਕੀਆਂ ਨੇ ਗੁਰਵਿੰਦਰਪਾਲ ਸਿੰਘ ਤੇ ਜਤਿੰਦਰ ਕੌਰ ਲਾਲ ਨੇ ਆ ਕੇ ਕਿਵੇਂ ਕੰਮ ਕੀਤਾ, ਕਿਵੇਂ ਸੱਜਣ ਕੁਮਾਰ ਤੇ ਇਹਦੇ ਭਗਤ ਦੇ ਟਰੈਕਟਰ ਦੇ ਏਰੀਆ 'ਚ ਜਾ ਕੇ ਐਫੀਓਟ ਇਕੱਠੇ ਕਰਦੇ ਨੇ। ਕਈ ਯੂਨੀਵਰਸਿਟੀ ਚੋਂ, ਕਈ ਵਾਰੀ ਈਵਨ ਆਕਸਫੋਰਡ, ਕੈਂਬਰਿਜ, ਹਾਰਵਰਡ ਤੋਂ ਵੀ ਕਈ ਰਿਸਰਚਰ ਆਏ ਨੇ ਜਿਹਨਾਂ ਨੇ ਥੀਸਿਸ ਆਪਣੇ ਇੱਥੇ ਲਿਖੇ ਆ। ਪਰ ਹੁਣ ਜਦੋਂ ਵਰਲਡ ਵਾਈਡ ਜੋ ਸਿੱਖ ਕੌਮ ਨੇ ਅਕਤੂਬਰ ਦੇ ਦਿਨਾਂ 'ਚ ਜਿਵੇਂ ਕੀਤਾ, ਸੇਵਾ ਕੀਤੀ ਹੈ ਸਾਰੇ, ਉਦੋਂ ਬਾਅਦ ਨਾ ਦੁਨੀਆ ਦਾ ਹੋਰ ਇੰਟਰਸਟ ਸਿੱਖਾਂ ਦੇ ਪਾਸੇ ਨੂੰ ਜਾ ਪਿਆ। ਉਹ ਸਟੱਡੀ ਕਰਨ ਲੱਗੀ ਹੈ ਸਿੱਖਾਂ ਦੇ ਬਾਰੇ ਕਿ ਲੋਕ ਕੌਣ ਨੇ, ਤੇ ਉਹਦੇ ਵਿੱਚ ਨਾ ਇੱਕ ਬਹੁਤ ਵੱਡਾ ਜੋ ਆਉਂਦਾ ਕਿਉਂਕਿ ਸਭ ਤੋਂ ਵੱਡਾ ਮੈਸੇਕਰ ਜੋ ਇਹ ਹੈ ਸਾਡੇ ਰੀਸੈਂਟ ਟਾਈਮ ਦਾ, ਉਹ 1984 ਦਾ ਕਤਲੇਆਮ ਵਿੱਚ ਆਉਂਦਾ। ਤੇ ਇਸ ਕਰਕੇ ਹੁਣ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਇਹ ਜਿਹੜਾ ਮਟੀਰੀਅਲ ਹੈ ਸਾਰਾ ਡਿਜੀਟਲ ਲਾਇਬ੍ਰੇਰੀ ਬਣਾ ਕੇ ਪਬਲਿਕ ਡੋਮੇਨ ਦੇ ਵਿੱਚ ਪਾ ਦਿੱਤੀ ਜਾਵੇ, ਤਾਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ, ਕਿਤੇ ਆਸਟ੍ਰੇਲੀਆ, ਕੋਈ ਨਿਊਜ਼ੀਲੈਂਡ, ਕੋਈ ਇੰਗਲੈਂਡ, ਜਰਮਨੀ, ਕਿਤੇ ਵੀ ਬੈਠਾ ਕੋਈ ਰਿਸਰਚਰ ਰਿਸਰਚ ਕਰ ਰਿਹਾ ਤਾਂ ਉਹ ਉਸਨੂੰ ਉੱਥੋਂ ਹੀ ਉਹਨੂੰ ਸਾਰਾ ਮਟੀਰੀਅਲ ਅਵੇਲੇਬਲ ਹੋਵੇ। ਹੁਣ ਅੱਜ ਮੈਂ ਤੁਹਾਨੂੰ ਇੱਕ ਹੋਰ ਉਹੋ ਜਿਹਾ ਇਨਸੀਡੈਂਟ ਇੱਕ ਹੋਰ ਸੁਣਾਉਣਾ ਕਿ ਇੱਕ ਇਨਫੋਰਮੇਸ਼ਨ ਸਾਨੂੰ ਜਿਹੜੀ ਮਿਲੀ, ਐਸੀ ਇਨਫੋਰਮੇਸ਼ਨ ਮਿਲੀ ਜਿਹਨੇ ਕਿ ਉਦੋਂ ਸਾਰੀ ਸਰਕਾਰ ਨੂੰ ਹਿਲਾ ਕੇ ਇਹ ਸਰਕਾਰ ਇਹ ਕਹਿੰਦੀ ਸੀ ਕਿ ਜੀ ਆਰਮੀ ਨੂੰ ਅਸੀਂ ਤਾਂ ਨਹੀਂ ਲਗਾ ਸਕੇ। ਉਹ ਕਹਿੰਦੇ ਪੁਲਿਸ ਕੰਟਰੋਲ ਨਹੀਂ ਕਰ ਪਾਈ ਕਿਉਂਕਿ ਜੋ ਲੋਕਾਂ ਇੰਦਰਾ ਗਾਂਧੀ ਮਰ ਗਈ, ਲੋਕਾਂ 'ਚ ਗੁੱਸਾ ਆਇਆ, ਲੋਕ ਉੱਠ ਗਏ, ਪੁਲਿਸ ਦਾ ਨੰਬਰ ਘੱਟ ਸੀ, ਪੁਲਿਸ ਕੰਟਰੋਲ ਨਹੀਂ ਕਰ ਸਕੀ ਤੇ ਅਸੀਂ ਆਰਮੀ ਬੁਲਾਈ। ਤੀਜੇ ਦਿਨ ਜਾ ਕੇ ਆਰਮੀ ਬੁਲਾਈ। 2 ਤਰੀਕ ਆਰਮੀ ਦਿੱਲੀ 'ਚ ਹੈ ਨਹੀਂ ਸੀ, 2 ਤਰੀਕ ਸ਼ਾਮ ਨੂੰ ਆਰਮੀ ਆਈ ਤੇ 3 ਨਵੰਬਰ ਅਸੀਂ ਸਵੇਰੇ ਆਰਮੀ ਨੂੰ ਲਗਾਤਾ ਤੇ 3 ਨਵੰਬਰ ਸ਼ਾਮ ਤੱਕ ਆਰਮੀ ਨੇ ਕੰਟਰੋਲ ਕਰ ਲਿਆ। ਇਹ ਸਰਕਾਰ ਦੀ ਕਹਾਣੀ ਸੀ, ਇਹੀ ਮਿਸ਼ਨ ਅੱਗੇ, ਇਹੀ ਇਹਨਾਂ ਦੀ ਪਾਰਲੀਮੈਂਟ 'ਚ ਸਭ ਜਗ੍ਹਾ ਤੇ ਇਹਨਾਂ ਨੇ ਇਹ ਗੱਲ ਫੈਲਾਈ ਸੀ। ਇਹੋ ਲੈ ਕੇ ਚੱਲ ਰਹੇ ਸੀ ਕਿ ਸਾਡੇ ਵੱਲੋਂ ਕੋਈ ਕੋਤਾਹੀ ਨਹੀਂ, ਅਸੀਂ ਤਾਂ ਜੋ ਕਰ ਸਕਦੇ ਸੀ ਕੀਤਾ। ਇਸ ਦੇ ਵਿੱਚ ਇੱਕ ਸਾਡੇ ਕੋਲ ਐਫੀਡੇਵਿਟ ਆਇਆ ਜਦੋਂ ਮੈਂ ਮਿਸ਼ਰਾ ਕਮਿਸ਼ਨ ਦੇ ਐਫੀਡੇਵਿਟ ਕਰ ਰਹੇ ਸੀ। ਉਦੋਂ ਇੱਕ ਐਫੀਡੇਵਿਟ ਮੇਰੇ ਕੋਲ ਆਇਆ, ਕੁਲਦੀਪ ਸਿੰਘ ਮਕਾਨੀ ਸੀਗੇ ਸਫਦਰਜੰਗ ਡਿਵੈਲਪਮੈਂਟ ਏਰੀਆ ਤੋਂ। ਉਹਨਾਂ ਦਾ ਐਫੀਡੇਵਿਟ ਆਇਆ ਕਿ ਜੀ 1 ਨਵੰਬਰ ਨੂੰ ਦੁਪਹਿਰੇ ਸਾਡੇ ਘਰ ਦੇ ਉੱਤੇ ਅਟੈਕ ਹੋਣ ਲੱਗਾ ਸੀ, ਅੱਗ ਲਾਉਣ ਲੱਗੇ ਸੀ ਸਾਡੇ ਘਰ ਨੂੰ। ਪੁਲਿਸ ਦੇ ਉੱਥੇ 2 ਬੰਦੇ ਮੌਬ ਦੇ ਨਾਲ ਖੜੇ ਸੀ ਤੇ ਜਦੋਂ ਉਹ ਮੌਬ ਨੂੰ ਰੋਕ ਨਹੀਂ ਸੀ ਰਹੇ, ਸਮਾਂ ਉਕਸਾ ਰਹੇ ਸੀ। ਜਦੋਂ ਸਾਡੇ ਘਰ ਤੇ ਅਟੈਕ ਕਰਨ ਲੱਗੇ ਤਾਂ ਉਧਰੋਂ ਇੱਕ ਫੌਜ ਦਾ 2-3 ਟਰੱਕ ਦੇ ਨਾਲ ਇੱਕ ਫੌਜ ਦੀ ਜੀਪ ਉਹ ਆ ਗਈ ਤੇ ਉਹਨਾਂ ਨੇ ਆ ਕੇ ਜਦੋਂ ਬਾਹਰ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਨੇ ਘਰ ਵਿੱਚ ਕੋਈ ਨਹੀਂ ਹੈ। ਪੁਲਿਸ ਵਾਲਿਆਂ ਨੇ ਕਿਹਾ ਘਰ 'ਚ ਕੋਈ ਨਹੀਂ ਹੈ। ਕਹਿੰਦੇ ਉਹਨਾਂ ਨੂੰ ਪੁੱਛ ਕੇ ਉਹ ਅੱਗੇ ਜਾਣ ਲੱਗੇ ਤੇ ਅਸੀਂ ਅੰਦਰੋਂ ਆਵਾਜ਼ਾਂ ਮਾਰੀਆਂ ਤੇ ਉਹਨਾਂ ਨੇ ਉਹ ਫੌਜੀ ਰੁਕ ਗਏ ਤੇ ਉਹ ਸੀਗੀ ਸਿੱਖ ਰੈਜੀਮੈਂਟ। ਉਹਦਾ ਜਿਹੜਾ ਕਮਾਂਡਿੰਗ ਆਫੀਸਰ ਸੀ ਮੇਜਰ ਜੀ.ਐਸ. ਸੰਧੂ ਸੀ, ਕਿਉਂਕਿ ਜੋ ਕਰਨਲ ਸੀ ਉਹ ਛੁੱਟੀ ਤੇ ਸੀ, ਜੋ ਸੈਕੰਡ ਇਨ ਕਮਾਂਡ ਮੇਜਰ ਜੀ.ਐਸ. ਸੰਧੂ ਕਮਾਂਡ ਕਰ ਰਿਹਾ ਸੀ। ਤੇ ਉਹ ਰੁਕ ਗਏ ਔਰ ਰੁਕ ਕੇ ਉਹਨਾਂ ਨੇ ਅੰਦਰੋਂ ਇਹਨਾਂ ਨੂੰ ਕੱਢ ਕੇ ਇਹਨਾਂ ਨੂੰ ਜਾ ਕੇ ਸੇਫ ਜਗ੍ਹਾ ਦੇ ਉੱਤੇ ਇਹਨਾਂ ਨੂੰ ਉਹਨਾਂ ਨੇ ਪਹੁੰਚਾ ਦਿੱਤਾ, ਜਿੱਥੇ ਇਹਨਾਂ ਨੇ ਜਾ ਕੇ ਇਹਨਾਂ ਨੂੰ ਕਿਹਾ। ਉਹ ਕਹਿੰਦਾ ਰਸਤੇ 'ਚ ਸਾਨੂੰ ਮੇਜਰ ਸੰਧੂ ਨੇ ਦੱਸਿਆ ਕਿ ਅਸੀਂ ਬੜੇ ਲੋਕਾਂ ਨੂੰ ਬਚਾ ਰਹੇ ਹਾਂ ਤੇ ਪਰ ਹਾਲ ਬਹੁਤ ਹੀ ਬੁਰਾ ਦੇਖਿਆ ਨਹੀਂ ਜਾ ਰਿਹਾ। ਹੁਣ ਸਾਨੂੰ ਇਹ ਬੜੀ ਜੋ ਸਰਕਾਰੀ ਰਿਕਾਰਡ ਆ ਉਹ ਕਹਿ ਰਿਹਾ ਕਿ ਜੀ ਆਰਮੀ ਹੈ ਹੀ ਨਹੀਂ ਸੀ ਦਿੱਲੀ ਦੇ ਵਿੱਚ ਤੇ ਆਰਮੀ ਤਾਂ ਅਸੀਂ ਜੋ ਲਗਾਈ 2 ਤਰੀਕ ਸ਼ਾਮ ਨੂੰ ਆ, ਪਰ ਇੱਥੇ 1 ਤਰੀਕ ਨੂੰ ਇਹ ਦੁਪਹਿਰ ਤੋਂ ਪਹਿਲਾਂ ਦੀ ਗੱਲ ਆ ਜਦੋਂ ਇਹਨਾਂ ਨੇ ਆ ਕੇ
ਆਰਮੀ ਨੇ ਇਹਨਾਂ ਨੂੰ ਇੱਥੋਂ ਬਚਾਇਆ। ਤੇ ਇਹ ਸਾਨੂੰ ਬੜੀ ਦੁਵਿਧਾ ਸੀ ਕਿ ਇਹ ਕਿਸ ਤਰ੍ਹਾਂ, ਇਹ ਕਿਵੇਂ ਹੋਇਆ, ਇਹ ਫੌਜ ਕਿੱਥੋਂ ਆ ਗਈ, ਉਹ ਵੀ ਸਿੱਖ ਰੈਜੀਮੈਂਟ ਕਿੱਥੋਂ ਆ ਗਈ। ਮੈਂ ਤੁਹਾਨੂੰ ਦੱਸਿਆ ਸੀ ਸਾਡੇ ਨਾਲ ਕੋਮੋਡਰ ਜਗਮੋਹਨ ਸਿੰਘ ਸੂਦ ਸੀਗੇ। ਕੋਮੋਡਰ ਦਾ ਜਿਹੜਾ ਰੈਂਕ ਹੁੰਦਾ ਨਾ, ਇਹ ਨੇਵੀ ਦਾ ਰੈਂਕ ਆ, ਨੇਵੀ ਦੇ ਅਫਸਰ ਸੀ। ਇਹ ਬ੍ਰਿਗੇਡੀਅਰ ਦੇ ਬਰਾਬਰ ਦਾ ਰੈਂਕ। ਉਹ ਮਿਲਟਰੀ ਇੰਟੈਲੀਜੈਂਸ ਵੀ ਹੈ ਸੀ ਪਹਿਲਾਂ, ਉਹਨਾਂ ਨੂੰ ਬੜਾ ਐਕਸਪੀਰੀਅੰਸ ਸੀ ਇੰਟੈਲੀਜੈਂਸ। ਉਹਨਾਂ ਨੂੰ ਅਸੀਂ ਕਿਹਾ ਕਿ ਜੀ ਕਿਵੇਂ ਨਾ ਕਿਵੇਂ ਪਤਾ ਕਰੋ। ਥੋੜੀ ਦੇਰ ਬਾਅਦ ਉਹਨਾਂ ਨੇ ਆ ਕੇ ਮੈਨੂੰ ਕਿਹਾ ਕਿ ਬੜੀ ਰਿਲਾਇਬਲ ਇਨਫੋਰਮੇਸ਼ਨ ਆ, ਤੁਹਾਨੂੰ ਕਿਸੇ ਬੰਦੇ ਨੂੰ ਬਣਾਉਣਾ ਤੇ ਤੁਸੀਂ ਉਹ ਬੰਦੇ ਦੇ ਨਾਲ ਬੈਠ ਕੇ ਆਪ ਗੱਲ ਕਰਕੇ ਇਨਫੋਰਮੇਸ਼ਨ ਲੈ। ਤੇ ਮੈਨੂੰ ਜਾਇਆ ਗਿਆ। ਉਹਨਾਂ ਨੇ ਪੂਰਾ ਆਪਣੇ ਇੰਟੈਲੀਜੈਂਸ ਦੇ ਤਰੀਕੇ ਨਾਲ, ਕਿਉਂਕਿ ਮੇਰੇ ਪਿੱਛੇ ਉਹਨਾਂ ਦਿਨਾਂ ਦੇ ਵਿੱਚ CID ਲੱਗੀ ਹੁੰਦੀ ਸੀ ਹਰ ਜਗ੍ਹਾ ਤੇ। ਜਿੱਥੇ ਮੈਂ ਜਾਂਦਾ ਸੀ, 1985 ਦੀ ਗੱਲ ਦੱਸ ਰਿਹਾ, ਜਿੱਥੇ ਮੈਂ ਜਾਂਦਾ ਸੀ ਪਿੱਛੇ ਇੰਟੈਲੀਜੈਂਸ ਦੇ ਬੰਦੇ ਲੱਗੇ ਹੁੰਦੇ ਸੀ। ਹਰ ਇੱਕ ਚੀਜ਼ ਮੇਰੀ ਨੋਟ ਹੁੰਦੀ ਸੀ। ਜਦੋਂ ਇਹਨਾਂ ਨੇ ਮੈਨੂੰ ਕਨੌਟ ਪਲੇਸ ਲੈ ਕੇ ਗਏ, ਕਨੌਟ ਪਲੇਸ ਜਾ ਕੇ ਇੱਕ ਰੈਸਟੋਰੈਂਟ ਦੇ ਬਾਹਰ ਗੱਡੀ ਰੁਕੀ, ਰੈਸਟੋਰੈਂਟ ਦੇ ਵਿੱਚ ਚਲੇ ਗਏ। ਰੈਸਟੋਰੈਂਟ ਦੇ ਵਿੱਚ 2 ਮਿੰਟ ਮੈਂ ਬੈਠਿਆ, ਬੈਠ ਕੇ ਤਾਂ ਮੇਰੇ ਨਾਲ ਬੰਦਾ ਸੀ ਉੱਥੇ ਬੈਠਾ ਰਿਹਾ, ਤੇ ਮੈਂ ਉੱਠ ਕੇ ਬਾਥਰੂਮ ਦੇ ਬਹਾਨੇ ਬਾਥਰੂਮ ਵਾਲੇ ਪਾਸੇ ਹੋ ਕੇ ਪਿਛਲੇ ਗੇਟ ਤੋਂ ਬਾਹਰ ਨਿਕਲ ਗਿਆ। ਪਿੱਛੇ ਬਾਹਰ ਇਹਨਾਂ ਨੇ ਇੱਕ ਹੋਰ ਗੱਡੀ ਖੜੀ ਕੀਤੀ ਸੀ ਕਾਊਂਟਰ ਸੂਦ ਨੇ। ਉਹ ਗੱਡੀ 'ਚ ਮੈਨੂੰ ਬਿਠਾਇਆ। ਮੈਨੂੰ ਬਿਠਾ ਕੇ ਉਹ ਇੱਕ ਜਿਹੜੇ ਸਰਕਾਰੀ ਕੁਆਟਰ ਸੀ ਉਹਨਾਂ ਦੇ ਵਿੱਚ ਲੈ ਗਏ। ਮੈਨੂੰ ਅਜੇ ਤੱਕ ਚੰਗੀ ਤਰ੍ਹਾਂ ਯਾਦ ਵੀ ਨਹੀਂ ਕਿ ਕਿਹੜੀ ਕਾਲਜ ਸੀ, ਪਰ ਉਹ ਜਿੱਥੇ ਲੈ ਕੇ ਗਏ ਉਹ ਕਹਿੰਦੇ ਇਹ ਉਹਨਾਂ ਦਾ ਘਰ ਨਹੀਂ ਹੈ ਜਿਹਨੂੰ ਬਣਾਉਣਾ। ਇਹ ਇੱਕ ਹੋਰ ਬੰਦੇ ਨੇ ਜਿੱਥੇ ਲੈ ਕੇ ਗਏ, ਉਹ ਵੀ ਇੱਕ ਨੇਵੀ ਦੇ ਅਫਸਰ ਸੀ, ਉਹ ਵੀ ਬੜੇ ਉੱਚੇ ਰੈਂਕ ਤੇ, ਉਹ ਵੀ ਮੇਰਾ ਖਿਆਲ ਹੈ ਕਾਮਰੇਡ ਜਾਂ ਡਿਵਾਈਡਰ ਰੈਂਕ ਦੇ ਅਫਸਰ ਸੀਗੇ ਜਿਨ੍ਹਾਂ ਦੇ ਘਰੇ ਸੀ ਗਏ। ਉੱਥੇ ਇੱਕ ਹੋਰ ਸਰਦਾਰ ਸਾਹਿਬ ਆਏ ਹੋਏ ਸੀ, ਉਹਨਾਂ ਦੇ ਸਾਹਮਣੇ ਮੈਨੂੰ ਬਿਠਾਤਾ ਤੇ ਮੈਨੂੰ ਕਿਹਾ ਕਿ ਤੁਸੀਂ ਇਹਦਾ ਨਾਮ ਨਹੀਂ ਪੁੱਛਣਾ, ਇਹ ਕਿੱਥੇ ਆ, ਪੋਸਟਿੰਗ ਆ, ਇਹ ਨਹੀਂ ਪੁੱਛਣਾ, ਤੁਸੀਂ ਇਹਨਾਂ ਨੂੰ ਸਵਾਲ ਕਰੋ, ਤਾਂ ਜਵਾਬ ਦਿਓ। ਉੱਥੋਂ ਸਾਨੂੰ ਜੋ ਇਨਫੋਰਮੇਸ਼ਨ ਮਿਲੀ, ਐਸੀ ਇਨਫੋਰਮੇਸ਼ਨ ਮਿਲੀ ਜਦੋਂ ਕਿ ਅਸੀਂ ਜਾ ਕੇ ਕਮਿਸ਼ਨ ਨੂੰ ਦਿੱਤੀ ਤਾਂ ਉਹਨੇ ਸਰਕਾਰ ਨੂੰ ਹਿਲਾ ਦਿੱਤਾ। ਉਹਨਾਂ ਨੇ ਸਾਨੂੰ ਦੱਸਿਆ, ਕਹਿੰਦੇ 31 ਅਕਤੂਬਰ ਨੂੰ ਜਦੋਂ ਡੈਥ ਹੋ ਗਈ ਇੰਦਰਾ ਗਾਂਧੀ ਦੀ, ਤੇ ਉਦੋਂ ਜਦੋਂ ਗੋਲੀ ਲੱਗੀ, ਪਹਿਲਾਂ ਜੋ ਸਵੇਰੇ ਗੋਲੀ ਲੱਗੀ, ਤਾਂ ਉਦੋਂ ਇਹ ਜੋ ਡਿਫੈਂਸ ਮਿਨਿਸਟਰ ਫਾਰ ਸਟੇਟ ਸੀ KP ਸਿੰਘ ਦਿਓ ਨੇ ਇਮੀਡੀਏਟਲੀ ਆਰਮੀ ਚੀਫ ਨੂੰ ਬੁਲਾਇਆ। ਉਹਨੇ ਆਰਮੀ ਚੀਫ ਨੂੰ ਕਿਹਾ ਕਿ ਦਿੱਲੀ 'ਚ ਕਿੰਨੀ ਫੌਜ ਹੈ। ਉਹਨੇ ਕਿਹਾ ਕਿ ਜ਼ਿਆਦਾ ਫੌਜ ਨਹੀਂ ਹੈ, ਥੋੜੀ ਹੈ, ਜ਼ਿਆਦਾ ਨਹੀਂ ਹੈ। ਉਹਨੇ ਕਿਹਾ ਕੋਈ ਵੀ ਸਿਚੁਏਸ਼ਨ ਐਸੀ ਹੋ ਸਕਦੀ ਹੈ, ਤੁਸੀਂ ਦਿੱਲੀ 'ਚ ਫੌਜ ਨੂੰ ਅਵੇਲੇਬਲ। ਜੋ ਆਰਮੀ ਚੀਫ ਸੀ ਉਹਨੇ ਨੀਅਰੈਸਟ ਜਿਹੜਾ ਕੰਟੋਨਮੈਂਟ ਸੀ ਉਹ ਸੀ ਮੇਰਠ। ਉਹਨੇ ਮੇਰਠ ਦੇ ਜੀਓ ਸੀ ਨੂੰ ਮੈਸੇਜ ਭੇਜਿਆ ਕਿ ਇੱਕ ਆਰਮੀ ਦਾ ਯੂਨਿਟ ਤੁਸੀਂ ਇੱਥੇ ਭੇਜ ਦਿਓ। ਇੱਕ ਯੂਨਿਟ ਉਦੋਂ ਵਾਪਸ ਆਇਆ ਸੀ, ਆਪਣੀ ਉਹ ਐਕਸਰਸਾਈਜ਼ ਤੋਂ ਵਾਪਸ ਆਇਆ ਸੀ, ਤੇ ਉਹਨਾਂ ਨੇ ਅਜੇ ਅਨਪੈਕ ਨਹੀਂ ਸੀ ਕੀਤਾ। ਉਹਨੇ ਉਸੇ ਯੂਨਿਟ ਨੂੰ ਕਿਹਾ, ਉਹਨੇ ਕਿਹਾ ਅਰਜੈਂਸੀ ਆ, ਉਹਨੇ ਉਸੇ ਯੂਨਿਟ ਨੂੰ ਕਿਹਾ ਡੋਂਟ ਅਨਪੈਕ, ਯੂ ਮੂਵ। ਉਹ ਯੂਨਿਟ ਦਿੱਲੀ ਨੂੰ ਭੇਜਦਾ। ਉਹ ਸੀਗਾ 15 ਲਾਈਟ ਇਨਫੈਂਟਰੀ, 15 ਸਿੱਖ LI, 15 ਸਿੱਖ ਲਾਈਟ ਇਨਫੈਂਟਰੀ, ਤੇ ਉਹਦਾ ਕਮਾਂਡਿੰਗ ਅਫਸਰ ਸੀਗਾ ਮੇਜਰ ਜੈਸ। ਜਦੋਂ ਇਹ ਦਿੱਲੀ ਦੇ ਬਾਰਡਰ ਤੇ ਪਹੁੰਚ ਗਏ, 31 ਸ਼ਾਮ ਨੂੰ ਇਹ ਦਿੱਲੀ ਦੇ ਬਾਰਡਰ ਤੇ ਪਹੁੰਚ ਗਏ, ਤਕਰੀਬਨ 7:30-8 ਵਜੇ। ਦਿੱਲੀ ਦੇ ਵਿੱਚ ਆਰਮੀ ਨੂੰ ਐਂਟਰ ਹੋਣ ਲਈ ਸੈਂਟਰਲ ਗਵਰਨਮੈਂਟ ਦੀ ਸਪੈਸ਼ਲ ਪਰਮਿਸ਼ਨ ਚਾਹੀਦੀ। ਇਹ ਰੂਲ ਆ ਕਿ ਦਿੱਲੀ 'ਚ ਆਰਮੀ ਐਂਟਰ ਨਹੀਂ ਹੋ ਸਕਦੀ। ਜਦੋਂ ਆਰਮੀ ਨੇ ਮੂਵਮੈਂਟ ਕਰਨੀ ਹੁੰਦੀ ਹੈ, ਦਿੱਲੀ ਨੂੰ ਅਵਾਇਡ ਕਰਕੇ ਬਾਹਰ ਮੂਵਮੈਂਟ ਹੁੰਦੀ ਹੈ। ਦਿੱਲੀ ਦੇ ਵਿੱਚ ਐਂਟਰ ਹੋਣ ਲਈ ਸਪੈਸ਼ਲ ਪਰਮਿਸ਼ਨ ਚਾਹੀਦੀ ਹੈ। ਜਦੋਂ ਦਿੱਲੀ 'ਚ ਆ ਕੇ ਇੱਥੇ ਅਜੇ ਸਪੈਸ਼ਲ ਪਰਮਿਸ਼ਨ ਆਈ ਨਹੀਂ ਸੀ, ਜਦੋਂ ਦਿੱਲੀ ਦੇ ਵਿੱਚ ਆ ਕੇ ਇੱਥੇ ਬਾਰਡਰ ਤੇ ਖੜ ਗਏ, ਉਹਨਾਂ ਨੂੰ ਕਿਹਾ ਜੀ ਵੇਟ, ਅਜੇ ਪਰਮਿਸ਼ਨ ਨਹੀਂ ਆਈ। ਤੇ ਇਹਨਾਂ ਨੇ ਰਾਤ ਨੂੰ 11 ਵਜੇ ਤੱਕ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ, ਦਿੱਲੀ 'ਚ ਐਂਟਰ ਕੀਤਾ। ਉਹਦੀ ਵਜ੍ਹਾ ਸਾਨੂੰ ਬਾਅਦ 'ਚ ਪਤਾ ਚੱਲੀ, ਕਿਉਂਕਿ ਉਹਨਾਂ ਨੇ ਕੰਟਰੋਲਮੈਂਟ ਜਾਣ ਵਾਸਤੇ ਜੋ ਮੇਰੇ ਚਲੋ ਆਈ ਸੀ, ਤਾਂ ਉਹ ਆਈ ਸੀ ਤਾਂ ਨਿਜ਼ਾਮੁਦੀਨ ਪੁਲ ਵਾਲੇ ਪਾਸੇ, ਨਿਜ਼ਾਮੁਦੀਨ ਪੁਲ ਵਾਲੇ ਪਾਸੇ ਨੂੰ ਆਈ ਸੀ। ਉੱਥੋਂ ਉਹਨਾਂ ਨੇ ਆ ਕੇ ਉਹਨਾਂ ਨੇ ਇਹ ਰਿੰਗ ਰੋਡ ਤੋਂ ਸਾਊਥ ਐਕਸ ਏਮਸ ਦੇ ਏਰੀਆ ਤੋਂ ਹੋ ਕੇ ਕੈਂਟਨ ਮੋੜ ਜਾਣਾ ਸੀ। ਉਹ ਏਰੀਆ ਸੀ ਜੋ 31 ਨੂੰ ਰਾਤ ਨੂੰ, ਇਹਨਾਂ ਨੇ 31 ਨੂੰ ਸ਼ਾਮ ਨੂੰ 6 ਵਜੇ, 5:30-6 ਵਜੇ ਉਸੇ ਏਰੀਆ 'ਚ ਇਹਨਾਂ ਨੇ ਹਿੰਸਾ ਸ਼ੁਰੂ ਕੀਤੀ। 31 ਨੂੰ ਸਾਰੀ ਦਿੱਲੀ 'ਚ ਕੁਛ ਨਹੀਂ ਹੋਇਆ, ਸਿਰਫ ਤੇ ਸਿਰਫ ਇਹ ਏਰੀਆ
ऑल इंडिया मेडिकल साइंस जिथे भी सर्जन की बॉडी पई सी सिर्फ उसे एरिया दे विच इन्होंने अर्जुन दास ने एक काम शुरू किया मैं तुहानूं दसूंगा सारा कि किवें किवें प्लान करके एक इंसा शुरू की गई। इहो एरिया उत्थे उदों ये अग्गां लगा रहे सी जिथों ये फौजी लगना सी। जेकर ये फौज उदों उत्थों दी चाहे कुछ ना करती सिर्फ लंघ ही जाती सिख फौज वैसे तो फौज पर सिख फौजियों को देख के ही मॉब ने एकदम भज जाना सी किसी ने नहीं सीखा कि इसे करके इन्होंने उन्होंने एंटर करने की परमिशन नहीं दी। इन्होंने रात को 11 बजे तो बाद उन्होंने परमिशन दी जो अद्धी रात को 12-1 बजे जाके वो कैंटोनमेंट है। अगले दिन 1 तरीक को सवेरे इन्होंने आमतौर पर आर्मी डिप्लॉयमेंट के कहा जाता रैकी कर लो। इन्होंने कहा कि तुम रैकी करो दिल्ली कैंट तो बाहर आके दौला कुआं तो लैके ये आश्रम चौक तक दौला कुआं तो आश्रम चौक ये रिंग रोड का एरिया इत्थे तुसी रैकी करो इत्थे मूव करो। पर इन्होंने कोई ऑर्डर नहीं सी कि तुसी किते भी कोई इंटरफीयर नहीं कर सकते तुसी कोई एक्शन नहीं ले सकते। जदों ये उत्थे मूव कर रहे सी ते ये सानू बड़ी हैरानी सी 31 तरीक को इस एरिया दे विच बड़ी अग लग गई है पर 1 तरीक को ऐसे कुछ भी नहीं होया। और फिर जाके पता चल गया कि 1 तरीक को क्यों नहीं होया क्योंकि 1 तरीक को ये फौज उत्थे घूम रही सी। वो फौज नूं सिख फौज नूं देख के कोई खड़ा नहीं सी हुंदा उत्थे भज जांदे सी कोई नहीं सी खड़दा ते ओहिओ फौजी फौज या मेजर जी.एस. संधू जिन्हें कि इन्हां नूं जाके आके बचाया। फिर उन्होंने मैनूं जिहड़ा दस्सिया कि जो मेजर संधू ने सिचुएशन रिपोर्ट्स की जगह जगह कि मैनू इत्थे हिंसा हो रही है इत्थे वायलेंस हो रही है मैनू ऑर्डर दो कि एक्शन लवां मैनू ऑर्डर दो मैं एक्शन लवां। उन्होंने कोई रिपोर्ट नहीं दी कोई और एक्शन लेने नहीं दिता। अखीर से जाके हाँ ये कुलदीप सिंह ने सानू ये कहा सी कि मेजर संधू ने सानू दस्सिया कि जी जो मैं तुहाडे इलाके विच आ रहा सी क्योंकि उसे उन्होंने पिछला कुलदीप सिंह के पिछे वाला उन्होंने जलाता सी घर चलाया सी अग निकल रही सी। कहना जो मैं मेजर संधू ने कहा अग निकल रही सी असीं इस पासे नूं आ रहे सी ते एक चिट्टे रंग की गड्डी ने आके सानू रोकिया। वो जाके साडे अगे खड़ गया उन्हें कहा आर्मी नूं परमिशन नहीं है ते तुसीं इत्थे किवें आ गए। इन्हां ने उसनूं कहा कि देख अंदर अग लगी है। मेजर संधू ने कहा मैं अंदर जाना। उस बंदे ने कहा कि मैं इस एरिया का इंचार्ज हाँ मैं इंटैलीजेंस ब्यूरो तो हाँ तुसीं इस एरिया के अंदर नहीं जा सकते। उदों बाद पता किसी तो लग्या कि उस एरिया च इंटैलीजेंस ब्यूरो का दफ्तर सी तो उत्थों काफी कुछ ऑर्गेनाइज हो गया सी। जदों इन्हें उन्होंने मेजर संधू नूं अंदर नहीं जाण दिता। कुलदीप सिंह ने सानू गल दस्सी सी कि मेजर संधू ने सानू ये कहा कि एक इंटैलीजेंस ब्यूरो के अफसर ने आके अपनी गड्डी साडे अगे लगाती सानू अंदर नहीं जाण। कहता जो उन्हें कहा मेजर संधू ने कि देख अंदर अग लगी है मैं जाके चेक करना कि उत्थे कोई सिख फैमिली घर दे विच तां नहीं फसी। उन्हें अपनी गड्डी ना हटाई। मेजर संधू ने अपने बॉयज नूं कहा कि टेक पोजीशन। उन्होंने बंदूकां सीधियां कर लियां होंदियां जो बंदूकां सीधियां कीतियां तो उदों वो एकदम उत्थों भजिया। उन्हें गड्डी पासे की उदों अंदर आया ते आके इन्होंने कुलदीप सिंह नूं बचाया। फिर ਜਿਹੜੇ ਸਾਨੂੰ ਸਰਦਾर जी मिले वो बाद च पता चलिया कि वो आर्मी हैडकुआटर के विच वो भी ब्रिगेडियर सन पोस्टर मैनूं अज तक उनका नाम नहीं पता। उन्होंने कहा कि जी जो इस बंदे ने कंप्लेंट की ये इंटैलीजेंस ब्यूरो वाले ने जो कहा उधरों इमीडिएटली पीएमओ तो मैसेज डिफेंस मिनिस्ट्री ने कहा कि आ सिख आर्मी नूं फटाफट बुला के किसा वो कहते इमीडिएटली उन्होंने मैसेज चला गया कि जो रिपोर्ट टू कंट्रोलमेंट इन्होंने कंट्रोलमेंट बुला के इन्होंने को हथियार लै गए इन्होंने कहता कन्फाइन टू बैरक्स यू विल नॉट मूव हथियार तो लैके ना अंदर। ये आर्मी 1 तरीक को उन्हें मिली। उस तो बाद आर्मी बाहरों बनाई अलवर तो होर जगह तो बनाई 2 तरीक शाम को वो आर्मी आई 3 को उन्होंने पोस्ट किया क्योंकि 3 इन्होंने पहले कहा 3 दिन चलूगा। इन्हों की प्लान ही सी 1 नवंबर 2 नवंबर से 3 नवंबर 3 नवंबर को करना जाए अपने आप ही इन्होंने कंट्रोल करना ही करना तो 3 वो करके 3 शाम तक कंट्रोल होया।
ਤੇ ਇਹ ਇਨਫੋਰਮੇਸ਼ਨ ਜਦੋਂ ਅਸੀਂ ਮਿਸ਼ਰਾ ਕਮਿਸ਼ਨ ਨੂੰ ਦਿੱਤੀ ਤੇ ਮਿਸ਼ਰਾ ਕਮਿਸ਼ਨ ਨੂੰ ਕਿਹਾ ਕਿ ਅਸੀਂ ਆਰਮੀ ਚੀਫ ਨੂੰ ਗਿਆਮਨ ਕਰਨਾ ਚਾਹੁੰਦੇ ਹਾਂ ਕਿ ਆਰਡਰ ਆਰਮੀ ਚੀਫ ਨੂੰ ਕਿੱਥੋਂ ਆਏ। ਇਹਦੇ ਵਿੱਚ ਪੀਐਮਓ ਜਿਹੜਾ ਇੰਚਾਰਜ ਹੈ ਡਿਫੈਂਸ ਦਾ ਉਹਨਾਂ ਨੂੰ ਗਿਆਮਨ ਕਰਨਾ ਚਾਹੁੰਦੇ ਹਾਂ ਉਹਨੂੰ, ਤੇ ਨਾਲੇ ਅਸੀਂ ਮੇਜਰ ਸੰਧੂ ਨੂੰ ਗਿਆਮਨ ਕਰਨਾ ਚਾਹੁੰਦੇ ਹਾਂ। ਤੇ ਉੱਥੇ ਜਦੋਂ ਅਸੀਂ ਉਹਨੂੰ ਐਪਲੀਕੇਸ਼ਨ ਫਾਈਲ ਕੀਤੀ, ਜਦੋਂ ਐਪਲੀਕੇਸ਼ਨ ਫਾਈਲ ਕੀਤੀ ਤਾਂ ਉੱਥੇ ਦਾ ਤਹਿਲਕਾ ਮਚ ਗਿਆ ਸਾਰੀ ਸਰਕਾਰ ਕਿ ਇਹ ਕੀ ਹੋ ਗਿਆ, ਕਿੱਥੋਂ। ਜਦੋਂ ਸਾਡਾ ਇਹ ਮਿਸ਼ਰਾ ਕਮਿਸ਼ਨ ਦੀ ਅਖੀਰ ਦੇ ਉੱਤੇ ਜਾ ਕੇ ਮਿਸ਼ਨ ਨੇ ਸਾਨੂੰ ਪਰਮਿਸ਼ਨ ਦਿੱਤੀ ਇੰਡਰ ਪ੍ਰੋਕਸਨ, ਤੇ ਜਸਟਿਸ ਮਿਸ਼ਰਾ ਨੂੰ ਅਸੀਂ ਪੁੱਛਿਆ ਕਿ ਵੀ ਉਹ ਕਹਿੰਦਾ ਮੈਂ ਆਈ ਹੈਵ ਐਗਜ਼ਾਮਡ, ਕਹਿੰਦਾ ਆਈ ਹੈਵ ਐਗਜ਼ਾਮਡ ਮੇਜਰ ਸੰਧੂ, ਆਈ ਹੈਵ ਐਗਜ਼ਾਮਡ ਆਰਮੀ ਚੀਫ, ਆਈ ਹੈਵ ਐਗਜ਼ਾਮਡ। ਵੈਸੇ ਸਾਡੇ ਬਿਹਾਈਂਡ ਆਰ ਬੈਕ ਕਿਵੇਂ ਐਗਜ਼ਾਮਡ ਕਰ ਸਕਦਾ, ਕਹਿੰਦੇ ਮੈਂ ਐਗਜ਼ਾਮਡ ਕਰ ਲਿਆ। ਅਸੀਂ ਕਿਹਾ ਫਿਰ ਯੂ ਟੈਲ ਅਸ ਕਿ ਜੋ ਅਸੀਂ ਫੈਕਟਸ ਕਿਹਾ, ਕਹਿੰਦਾ ਵਾਟ ਯੂ ਹੈਵ ਸਟੇਟਡ ਇਜ਼ ਟਰੂ, ਮਤਲਬ ਕਿ ਸਭ ਕੁਝ ਹੋਇਆ, ਇਹ ਇਸੇ ਤਰ੍ਹਾਂ ਹੋਇਆ। ਤੇ ਜਦੋਂ ਅਸੀਂ ਕਿਹਾ ਸੀ ਨੂੰ ਐਗਜ਼ਾਮਨ ਕਰਨਾ, ਕਹਿੰਦਾ ਨਹੀਂ ਆਈ ਵਿਲ ਨਾਟ ਗ੍ਰਾਂਟ ਯੂ ਪਰਮਿਸ਼ਨ। ਉਸ ਗੱਲ ਦੇ ਉੱਤੇ ਅਸੀਂ ਫਿਰ ਮਿਸ਼ਰਾ ਕਮਿਸ਼ਨ ਤੋਂ ਵਿਡਰਾਅ ਵੀ ਕੀਤਾ। ਜਸਟਿਸ ਸਿਕਰੀ, ਸਾਡੀ ਜਸਟਿਸ ਐਸਐਲ ਸਿਕਰੀ ਸਾਡੀ ਜਿਹੜੀ ਕਮੇਟੀ ਸੀ, ਸਿਟਿੰਗ ਜਸਟਿਸ ਕਮੇਟੀ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਕਿਹਾ ਜੇ ਸਾਡੇ ਪਿੱਛੇ ਐਗਜ਼ਾਮਨ ਕਰਨਾ ਸਾਨੂੰ ਦੱਸਣਾ ਹੀ ਨਹੀਂ, ਸਾਨੂੰ ਦਿਖਾਉਣਾ ਹੀ ਨਹੀਂ, ਤੇ ਆਰ ਪਾਰਟਿਸਿਪੇਸ਼ਨ ਪੁਆਇੰਟਲੈਸ। ਇਹ ਵੀ ਤੁਹਾਨੂੰ ਬਾਤ ਕੇ ਦੱਸੋ। ਪਰ ਇੱਕ ਉਹ ਐਸਾ ਇੰਸੀਡੈਂਟ ਸੀ ਜਿਸ ਨੇ ਪੂਰੇ ਦਾ ਪੂਰਾ ਸਰਕਾਰ ਨੂੰ ਹਿਲਾਤਾ ਤੇ ਪੂਰਾ ਸਰਕਾਰ ਨੂੰ ਐਕਸਪੋਜ਼ ਕਰਤਾ ਤੇ ਪੂਰਾ ਦਿਖਾਤਾ ਕਿ ਸਿੱਧਾ ਇਹ ਇੰਟੈਲੀਜੈਂਸ ਏਜੰਸੀਆਂ ਇਹ ਕਤਲੇਆਮ ਕਰਾ ਰਹੀਆਂ ਸੀ। ਪੀਐਮਓ ਨੂੰ ਪੂਰੀ ਖਬਰ ਸੀ, ਪੀਐਮਓ ਵਿੱਚ ਇਨਵੋਲਵ ਸੀ, ਤੇ ਇਹ ਇਥੋਂ ਪੂਰੀ ਤਰ੍ਹਾਂ ਸਰਕਾਰ ਨੂੰ ਇਹਨਾਂ ਨੇ ਐਕਸਪੋਜ਼ ਕਰਤਾ, ਉਹ ਕੀਤਾ ਇਸ ਇਨਸੀਡੈਂਟ। ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਨੂੰ ਇਹ ਲੱਗਿਆ ਕਿ ਇਹ ਇਨਫੋਰਮੇਸ਼ਨ ਸਾਨੂੰ ਮੇਜਰ ਸੰਧੂ ਨੇ, ਮੇਜਰ ਸੰਧੂ ਨੇ ਬਹੁਤ ਤੰਗ ਕੀਤਾ। ਮੈਂ ਕਈ ਮੈਸੇਜ ਮੇਜਰ ਸੰਧੂ ਨੂੰ ਭੇਜੇ, ਆਰਮੀ ਵਾਲਿਆਂ ਦੇ ਥਰੂ, ਮੇਜਰ ਜਨਰਲ ਸਾਹਿਬ ਸੀ ਉਹਨਾਂ ਦੇ ਥਰੂ। ਉਹ ਮੇਜਰ ਸੰਧੂ ਕਹਿੰਦਾ ਮੈਂ ਨਹੀਂ ਮਿਲ ਸਕਦਾ, ਮੇਰੀ ਇਹਨਾਂ ਨੇ ਜ਼ਿੰਦਗੀ ਬਹੁਤ ਹੀ ਮਤਲਬ ਕਿ ਇਹਨੂੰ ਮੈਨੂੰ ਹੈਰਸ ਕਰ ਕਰਕੇ ਇਹਨੇ ਮੈਨੂੰ ਬਹੁਤ ਹੀ ਤੰਗ ਕੀਤਾ ਹੋਇਆ ਤੇ ਮੈਂ ਨਹੀਂ ਮਿਲ ਸਕਦਾ। ਮੈਨੂੰ ਇਹ I-92 93 ਦੇ ਵਿੱਚ ਫੋਨ ਆਇਆ ਮੇਜਰ ਸੰਧੂ ਦਾ। ਮੇਜਰ ਸੰਧੂ ਨੇ ਕਿਹਾ ਕਿ ਮੈਨੂੰ ਇਹਨਾਂ ਨੇ ਇੰਨਾ ਦੁਖੀ ਕਰਤਾ, ਮੈਂ ਵਲੰਟਰੀ ਰਿਟਾਇਰਮੈਂਟ ਲੈ ਕੇ ਮੈਂ ਅਮਰੀਕਾ ਜਾ ਰਿਹਾ ਤੇ ਮੈਂ ਤੁਹਾਨੂੰ ਮਿਲਣਾ ਤਾਂ ਚਾਹੁੰਦਾ ਸੀ, ਪਰ ਇਹ ਮੈਨੂੰ ਫਿਰ ਨਾ ਕਿਤੇ ਰੋਕ ਲੈਣ, ਮੈਨੂੰ ਝੂਠਾ ਫਸਾਨਾ ਦੇਣ ਕਰਕੇ ਤਾਂ ਮੈਂ ਹੁਣ ਨਹੀਂ ਤੁਹਾਨੂੰ ਕੰਟੈਕਟ ਕਰੂੰਗਾ, ਬਾਅਦ ਚ ਜਦੋਂ ਮੈਂ ਅਮਰੀਕਾ ਜਾ ਕੇ ਤੁਹਾਨੂੰ ਕੰਟੈਕਟ ਕਰਾਂ। ਤੇ ਉਹ ਅਮਰੀਕਾ ਚਲਾ। ਬਾਅਦ ਚ ਜਦੋਂ ਮੈਂ ਥੋੜੀ ਦੇਰ ਬਾਅਦ ਅਮਰੀਕਾ ਗਿਆ ਤੇ ਮੈਨੂੰ ਕਿਤੋਂ ਪਤਾ ਚੱਲਿਆ ਕਿ ਉਹ ਸੈਨ ਫਰਾਂਸਿਸਕੋ ਦੇ ਏਰੀਏ ਦੇ ਵਿੱਚ ਹੈ। ਫਿਰ ਅਸੀਂ ਪਤਾ ਕੀਤਾ, ਜੋ ਨਾਨਾਵਤੀ ਕਮਿਸ਼ਨ ਬਣਿਆ 2000 ਉਦੋਂ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਮੇਜਰ ਸੰਧੂ ਨੂੰ ਲਿਆ ਕੇ ਉਹਦਾ ਐਵੀਡੈਂਸ। ਉਦੋਂ ਮੈਂ ਪਤਾ ਕੀਤਾ ਮੇਜਰ ਸੰਧੂ ਦਾ ਉੱਥੇ ਉਹ ਬੇ ਏਰੀਏ ਚ ਕਿਤੇ ਉੱਥੇ ਸੀਗਾ, ਉਹਨਾਂ ਨੂੰ ਵਿਅਕਤੀ ਜਾਣ ਦੀ। ਉੱਥੋਂ ਮੈਨੂੰ ਕੁਛ ਸਾਡੇ ਸਿੰਘਾਂ ਨੇ ਉਹਦਾ ਪਤਾ ਕਰਕੇ ਦਿੱਤਾ, ਪਰ ਉਦੋਂ ਉਹਨੂੰ ਹਾਰਟ ਸਟ੍ਰੋਕ ਹੋਇਆ ਸੀ ਤੇ ਉਹ ਕੋਮਾ ਵਿੱਚ ਸੀ, ਇਸ ਕਰਕੇ ਉਹਦੀ ਗਵਾਹੀ ਨਹੀਂ ਹੋ ਸਕੀ। ਤੇ ਸਾਲ ਤੋਂ ਬਾਅਦ ਪਤਾ ਲੱਗਿਆ ਕਿ ਮੇਜਰ ਸੰਧੂ ਇਸ ਪਾਰ। ਤੇ ਉਹ ਵਾਲਾ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਐਸਪੈਕਟ ਸੀਗਾ, ਜਿਹੜਾ ਮੇਜਰ ਸੰਧੂ ਵਾਲਾ ਉਹਦੀ ਆਪਣੇ ਮੂੰਹੋਂ ਜਿਹੜੀ ਸਾਰੀ ਇਨਫੋਰਮੇਸ਼ਨ ਆ ਸਕਦੀ ਸੀ ਉਹ ਰਹਿ ਗਈ, ਉਹ ਨਹੀਂ ਆਈ। ਪਰ ਇਨਫੋਰਮੇਸ਼ਨ ਜਿਹੜੀ ਸਾਰੀ ਹੈ, ਇਹ ਡਾਕੂਮੈਂਟ ਜੋ ਹਨ ਉਹ ਸਾਡੇ ਕੋਲੇ ਆਲਰੇਡੀ ਇਹ ਰਿਕਾਰਡ ਦੇ ਵਿੱਚ ਹੈਗੀ ਹੈ, ਜੋ ਅਸੀਂ ਐਪਲੀਕੇਸ਼ਨ ਫਾਈਲ ਕੀਤੀਆਂ ਜਿਵੇਂ ਕੀਤਾ। ਇਹੋ ਜਿਹਾ ਸਾਰਾ ਰਿਕਾਰਡ ਆ ਜਿਹੜਾ ਕਿ ਇਹ ਮੈਂ ਚਾਹੁੰਦਾ ਕਿ ਡਿਜੀਟਲ ਲਾਇਬ੍ਰੇਰੀ ਦੇ ਵਿੱਚ ਆਵੇ, ਕਿ ਅੱਗੇ ਤੋਂ ਜਿੰਨੇ ਵੀ ਰਿਸਰਚਰ ਆਉਣ, ਇਹ ਰਿਸਰਚਰ ਇਸ ਨੂੰ ਸਟੱਡੀ ਕਰਨ, ਇਸ ਡਾਕੂਮੈਂਟ ਨੂੰ ਦੇਖਣ, ਤੇ ਜਦੋਂ ਵੀ ਆਪਣੀਆਂ ਇੱਥੇ ਹੋਰ ਕਿਤਾਬਾਂ ਲਿਖੀਆਂ। ਜਦੋਂ ਮੈਂ ਕਿਤਾਬ ਲਿਖੀ ਸੀ 2007 ਚ, ਮੈਂ ਮਨੋਜ ਮਿਟਾਟ ਦੇ ਨਾਮ ਲਿਖੀ, ਉਦੋਂ ਉਹ ਪਹਿਲੀ ਕਿਤਾਬ ਸੀ। ਉਹ ਕਿਤਾਬ ਇੰਨੀ ਮਤਲਬ ਕਿ ਸਕਸੈਸਫੁਲ ਰਹੀ, ਉਹਨੂੰ ਇੰਡੀਆ ਟੂਡੇ ਨੇ ਦਿੱਤਾ ਦ ਬੈਸਟ ਸੈਲਰ ਇਨ ਦ ਕੰਟਰੀ। ਆਊਟਲੁੱਕ ਮੈਗਜ਼ੀਨ ਨੇ ਕੀਤਾ ਦ ਬੁੱਕ ਆਫ ਦ 2007। ਤੇ ਉਹਨੂੰ ਦੇਖ ਕੇ ਉਸ ਤੋਂ ਬਾਅਦ 6-7 ਕਿਤਾਬਾਂ ਹੋਰ ਵੀ ਉਸ ਤੋਂ ਬਾਅਦ ਲਿਖੀਆਂ ਗਈਆਂ। ਪਰ ਫਿਰ ਵੀ ਇਹ ਰਿਕਾਰਡ ਜਿਹੜਾ ਪੂਰੇ ਦਾ ਪੂਰਾ, ਇਹ ਰਿਕਾਰਡ ਤੇ ਉਹਨੂੰ ਕੋਈ ਰਿਸਰਚਰ ਐਗਜ਼ਾਮਨ ਕਰਦਾ ਤਾਂ ਉਹਨੂੰ ਐਗਜ਼ਾਮਨ ਕਰਨ ਦੀ ਲੋੜ ਹੈ। ਇਸ ਕਰਕੇ ਹੁਣ ਸਾਡੀ ਇਹ ਕੋਸ਼ਿਸ਼ ਹੈ, ਮੇਰੀ ਇਹ ਵੀ ਕੋਸ਼ਿਸ਼ ਰਹੂਗੀ ਕਿ ਟਾਈਮ ਤੋਂ ਟਾਈਮ ਇਹੀ ਜਿਹੇ ਹੋਰ ਵੀ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਸਕਾਂ। ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਮੈਂ ਵੀ ਇਹ ਸਾਰਾ ਰਿਕਾਰਡ ਕਰਕੇ ਰੱਖਦਾ, ਕਿਉਂਕਿ
ਪਤਾ ਨਹੀਂ ਹੁੰਦਾ ਵਾਹਿਗੁਰੂ ਨੂੰ ਕੀ ਮਨਜ਼ੂਰ ਆ, ਕੱਲ੍ਹ ਨੂੰ ਕੀ ਹੋਵੇ। ਤੇ ਇਹ ਸਾਰਾ ਕਮ ਸੇ ਕਮ ਇਹ ਜਿਹੜੀ ਹਿਸਟਰੀ ਹੈ ਸਾਡੇ ਤੀਜੇ ਘੱਲੂਘਾਰੇ ਦੀ, ਇਹਨੂੰ ਅਸੀਂ ਸਾਂਭ ਕੇ ਰੱਖੀਏ। ਬਹੁਤ ਬਹੁਤ ਸ਼ੁਕਰੀਆ ਮੈਡਮ, ਬੈਠ ਕੇ ਖਾਲਸਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।